दोहरा पंचों को समरथ कर सब बिद श्री गुरुदेव सादर तीनों बिठाए कर लखे न को गुर पेव। वाहिगुरु जी का खालसा वाहिगुरु जी की फतेह। परम सत्कार योग सन्मान योग गुरु स्वरूप गुरु खालसा साध संगत जीओ, पतित पावन भगत वत्सल कृपा निधान अनाथ नाथ जगत गुरु श्री गुरु ग्रंथ साहिब जी दे पावन पवित्र चरणां च हाजरियां भर के एकत्र हो के अपने जीवन का कुछ कीमती समा और दुर्लभ विश्वास गुरु लेखे ला के सफला और सकारता कर रहे कलगीधर पातशाह साहिबे कमाल सर्वंसदानी सतगुरु श्री गुरु गोबिंद सिंह साहिब जी महाराज जिन्हां दे पावन पवित्र इतिहास की लड़ीवार कथा आप जी बहुत ही अदब सत्कार ते श्रद्धा सहित सरवण कर रहे। कलगीधर जी ने पंज प्यारे थापे हन, पंजां नूं महा तेजस्वी खंडे दी पौल महाराज जी ने बख्शिश की और पंजां नूं अपने सदृश अपने समान कर लिया। तीसरा पंथ खालसा पंथ महाराज जी ने साजिया, जिस सिख की घाड़त जगत गुरु गुरु नानक साहब जी ने घड़ी है, जिस पंथ की घाड़त गुरु नानक साहब ने की है, निर्मल पंथ चलाया, मारिया सिक्का जगत गुरु नानक निर्मल पंथ चलाया, ਉਹਨੂੰ संपूर्ण रूप या इस तरह कह सकते हैं जो आरंभता गुरु साहब ने की है गुरु नानक साहब जी ने, उसनू अंतली छू गुरु कलगीधर जी ने दे के संपूर्ण खालसे पंथ की साजना की। खालसा पंथ अपने आप विच संपूर्ण पंथ है, इनू किसी दूसरे की सहायता की जरूरत नहीं है। महा तेजस्वी खालसे की साधना करके पंजां नूं रहत दसी है। पंजां कोलों आप खुद कलगीधर जी अमृत की याचना कर रहे ने और जिवें रहत मर्यादा दृढ़ करा रहे ने, वो कथा महाकवि कविराज भाई साहब भाई संतोख सिंह जी श्री गुर प्रताप सूरज प्रकाश ग्रंथ विच अंकित कर रहे ने। कुछ समय लिए सुरतियां बिरतियां एकागर करिए, कलगीधर जी दे पवित्र चरणा का ध्यान हिरदे च धारीए, आपे गुर चेले दे चरणा विच
ਆਪਣੀ ਹਾਜ਼ਰੀ ਲਵਾਓ ਤੇ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚੋਂ ਕੋ ਸਮਰੱਥ ਕਰ, ਸਭ ਬਿਦ ਸ਼੍ਰੀ ਗੁਰਦੇਵ। ਸ਼੍ਰੀ ਗੁਰਦੇਵ ਗੁਰੂ ਕਲਗੀਧਰ ਸੁਆਮੀ ਜੀ ਨੇ ਪੰਜਾਂ ਨੂੰ ਸਰਬ ਪ੍ਰਕਾਰ ਕਰਕੇ ਸਮਰੱਥ ਕਰ ਦਿੱਤਾ ਹੈ। ਜਿੱਥੇ ਬਾਹਰਲਾ ਸਰੂਪ ਆਪਣੇ ਵਰਗਾ ਬਖਸ਼ਿਆ ਹੈ, ਉੱਥੇ ਅੰਤਰੀਵੀ ਤੌਰ ਤੇ ਵੀ ਆਪਣੇ ਜੈਸਾ ਗਿਆਨ, ਆਪਣੀ ਜੋਤ ਤੋਂ ਉਹਨਾਂ ਦੇ ਅੰਦਰ ਜੋਤ ਨੂੰ ਜਗਾ ਦਿੱਤਾ ਹੈ। ਇਸ ਤਰ੍ਹਾਂ ਪੰਜਾਂ ਨੂੰ ਸਰਬ ਪ੍ਰਕਾਰ ਕਰਕੇ ਸਮਰੱਥ ਗੁਰੂ ਕਲਗੀਧਰ ਜੀ ਨੇ ਕੀਤਾ ਹੈ। ਸਾਦਰ ਤਿਨੋਂ ਬਿਠਾਏ ਕਰ, ਲਖੇ ਨ ਕੋ ਗੁਰ ਭੇਵ। ਪੰਜਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਕਲਗੀਧਰ ਜੀ ਨੇ ਬਿਠਾਇਆ। ਸਤਿਗੁਰਾਂ ਦਾ ਇਹ ਚੋਜ ਸਾਰੀ ਸੰਗਤ ਵੇਖ ਰਹੀ ਹੈ। ਮਹਾਰਾਜ ਜੀ ਦਾ ਭੇਦ ਕਿਸੇ ਦੀ ਸਮਝ ਵਿੱਚ ਨਹੀਂ ਹੈ। ਗੁਰਦੇਵ ਦੀ ਇਸ ਰਮਜ ਨੂੰ ਕੋਈ ਨਹੀਂ ਜਾਣ ਰਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਐਸਾ ਅਸਚਰਜ ਤੇ ਵਿਸਮਾਦੀ ਕੌਤਕ ਵਰਤਾ ਰਹੇ ਹਨ। ਕਬਿਤ ਪੂਰਨ ਪਰਮ ਜੋਤ ਪੰਥ ਕੇ ਉਦੋਤ ਪ੍ਰਭੂ। ਪੂਰਨ ਪਰਮ ਜੋਤ ਜੋ ਸ੍ਰੇਸ਼ਟ ਜੋਤ ਹੈ, ਉਹਦੇ ਤੋਂ ਖਾਲਸੇ ਪੰਥ ਦੀ ਸਾਜਨਾ ਗਰੀਬ ਨਵਾਜ ਪਾਤਸ਼ਾਹ ਜੀ ਨੇ ਕੀਤੀ ਹੈ। ਉੱਠ ਕੇ ਸਿੰਘਾਸਨ ਤੇ ਖਰੇ ਆਪ ਹੋਏ ਕਰ। ਕਹਿੰਦੇ ਪੰਜਾਂ ਨੂੰ ਸਨਮੁਖ ਬਿਠਾ ਕੇ ਨਾ ਆਪ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠੇ ਨੇ ਔਰ ਉਹਨਾਂ ਪੰਜਾਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਏ ਨੇ। ਆਪੇ ਗੁਰ ਚੇਲਾ ਪੰਜਾਂ ਦੇ ਸਨਮੁਖ ਹੱਥ ਜੋੜ ਕੇ ਕਲਗੀਧਰ ਜੀ ਖਲੋ ਗਏ। ਵਾਹਿਗੁਰੂ ਬਾਚਤ ਸੋ ਪਾਹੁਲ ਕੋ ਜਾਚਤ। ਨਾਲੇ ਰਸਨਾ ਤੋਂ ਵਾਹਿਗੁਰੂ ਕਹਿੰਦੇ ਨੇ, ਨਾਲੇ ਉਹਨਾਂ ਪੰਜਾਂ ਦੇ ਪਾਸੋਂ ਮਹਾਰਾਜ ਜੀ ਪਾਹੁਲ ਦੀ ਮੰਗ ਕਰਦੇ ਨੇ। ਕਹਿੰਦੇ ਖਾਲਸਾ ਜੀ, ਆਪ ਜੀ ਮੈਨੂੰ ਵੀ ਪਾਹੁਲ ਦੇ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਾਂ ਦੇ ਸਨਮੁਖ ਖਲੋ ਕੇ ਹੱਥ ਜੋੜ ਕੇ ਪਾਹੁਲ ਦੀ ਮੰਗ ਕਰਦੇ ਹਨ। ਵਿਸਾਲ ਤੇਜ ਰਾਚਤ ਇਕਤਰ ਕਰ ਦੋਏ ਕਰ। ਮਹਾਨ ਤੇਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਬਿਰਾਜਮਾਨ ਹੈ। ਉਹੀ ਤੇਜ ਗਰੀਬ ਨਵਾਜ ਜੀ ਨੇ ਨਾ ਪੰਜਾਂ ਦੇ ਵਿੱਚ ਸਨਮੁਖ ਕਰਕੇ ਰੱਖਿਆ ਹੈ। ਖੜਗ ਨਿਖੰਗ ਕੱਟ ਕਸ ਕੈ ਕੋ ਦੰਡ ਕੰਦ। ਗਰੀਬ ਨਵਾਜ ਜੀ ਦੇ ਗਾਤਰੇ 'ਚ ਤਲਵਾਰ ਹੈ, ਮੋਢੇ ਤੇ ਧਨਕ ਹੈ, ਤੀਰਾਂ ਦਾ ਪੱਥਾ ਹੈ। ਜਮ ਤਾਰਾ ਤਾਰ ਕੇ ਕਰਦ ਚੱਕਰ ਜੋਏ ਕਰ। ਗੁਰਦੇਵ ਦੇ ਕਮਰ ਕੱਸੇ ਦੇ ਵਿੱਚ ਜਮਦਾੜ ਹੈ। ਜਮਧਰ ਦਾ ਮਤਲਬ ਕਟਾਰ ਹੈ। ਵਿਛੂਆ ਛੋਟੇ ਸ਼ਸਤਰ ਨੇ। ਦੁਮਾਲੇ ਦੇ ਉੱਤੇ ਕਲਗੀਧਰ ਜੀ ਦੇ ਚੱਕਰ ਹਨ। ਚੰਦ ਤੋੜੇ ਲੱਗੇ ਹੋਏ ਨੇ। ਵਿੱਚ ਇੱਕ ਛੋਟੀ ਸ਼੍ਰੀ ਸਾਹਿਬ ਜੋ ਅਕਸਰ ਨਿਹੰਗ ਸਿੰਘ ਆਪਣੇ ਦੁਮਾਲੇ 'ਚ ਸਜਾਉਂਦੇ ਨੇ, ਉਹ ਕਲਗੀਧਰ ਜੀ ਦੇ ਸੀਸ ਦੇ ਉੱਤੇ ਸੋਭਨੀਕ ਹੋ ਰਹੀ ਹੈ। ਪੰਜਾਂ ਨੂੰ ਵੀ ਇਹੀ ਸਰੂਪ ਦਿੱਤਾ ਬਾਹਰੋਂ ਮਹਾਰਾਜ ਜੀ ਨੇ। ਇਸੇ ਕਰਕੇ ਅੱਜ ਵੀ ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਸੰਚਾਰ ਕਰਦੇ ਨੇ, ਬਾਣਾ ਸਰੀਰ ਤੇ ਧਾਰਨ ਕਰਦੇ ਹਨ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਹਣੇ ਦੁਮਾਲੇ ਆਪਣੇ ਸੀਸ ਤੇ ਝੁਲਾਏ ਹੋਏ ਨੇ। ਉੱਤੇ ਚੱਕਰ ਲੱਗਾ ਹੋਇਆ, ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਚੰਦ ਤੋੜਾ ਲੱਗਾ ਹੋਇਆ, ਵਿੱਚ ਛੋਟੀ ਕਰਦ ਜਿਹਨੂੰ ਕਿਰਪਾਨ ਕਹਿੰਦੇ ਆਪਾਂ, ਛੋਟੀ ਵੈਸੇ ਆਮ ਪੁਰਾਣਾ ਲਫ਼ਜ਼ ਕਰਦ ਹੈ, ਉਹ ਮਹਾਰਾਜ ਜੀ ਦੇ ਦੁਮਾਲੇ ਦੇ ਵਿੱਚ ਸੋਭਨੀਕ ਹੋ ਰਹੀ ਹੈ। ਜੈਸੇ ਮਮ ਦੀਨ ਬੇਦ ਸੰਗ ਤੁਮ ਲੀਨ ਪੰਜ। ਪੰਜਾਂ ਨੂੰ ਮਹਾਰਾਜ ਜੀ ਕਹਿਣ ਲੱਗੇ, ਖਾਲਸਾ ਜੀ, ਜਿਸ ਪ੍ਰਕਾਰ ਨਾਲ ਅਸੀਂ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਖੰਡੇ ਦੀ ਪਹੁਲ ਦਿੱਤੀ, ਤੁਸੀਂ ਲਈ ਹੈ, ਇਸੇ ਤਰ੍ਹਾਂ ਹੁਣ ਤੁਸੀਂ ਖੰਡੇ ਦੀ ਪਹੁਲ ਦਿਓ ਤੇ ਅਸੀਂ ਉਸ ਖੰਡੇ ਦੀ ਪਹੁਲ ਨੂੰ ਪ੍ਰਾਪਤ ਕਰਾਂਗੇ। ਤਰੀਕਾ ਉਹੀ ਹੋਵੇਗਾ ਜੋ ਅਸੀਂ ਵਰਤਿਆ।
ਜਿਸ ਪ੍ਰਕਾਰ ਨਾਲ ਅਸੀਂ, ਜਿਸ ਵਿਧੀ ਦੇ ਨਾਲ ਅਸੀਂ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਉਸੇ ਵਿਧੀ ਦੇ ਸਹਿਤ ਤੁਸੀਂ ਸਾਨੂੰ ਹੁਣ ਖੰਡੇ ਦੀ ਪੌਲ ਦਿਓ। ਤੈਸੇ ਮੋਹਿ ਦੀਜੀਏ ਸੰਦੇਹ ਸਭ ਖੋਏ ਕਰ। ਐਸੇ ਹੀ ਆਪ ਜੀ ਹੁਣ ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਮਨ 'ਚ ਕਿਸੇ ਪ੍ਰਕਾਰ ਦਾ ਸੰਦੇਹ ਨਹੀਂ ਰੱਖਣਾ ਕਿ ਅਸੀਂ ਗੁਰੂ ਜੀ ਨੂੰ ਕਿਵੇਂ ਅੰਮ੍ਰਿਤ ਦੀ ਦਾਤ ਦੇਈਏ। ਕਹਿੰਦੇ ਇਸ ਪ੍ਰਕਾਰ ਦਾ ਕੋਈ ਸੰਦੇਹ ਆਪਣੇ ਹਿਰਦੇ 'ਚ ਨਹੀਂ ਰੱਖਣਾ। ਅਦਭੁਤ ਬਾਣੀ ਸੁਨ ਕਾਨ ਮੈਂ ਹੈਰਾਨੀ ਹੋਏ। ਜਦੋਂ ਕਲਗੀਧਰ ਜੀ ਨੇ ਆਪ ਪੌਲ ਦੀ ਮੰਗ ਕੀਤੀ ਨਾ ਪੰਜਾਂ ਕੋਲੋਂ, ਤੋ ਪੰਜੇ ਪਿਆਰੇ ਸਹਿਬਾਨ ਇੱਕਦਮ ਹੈਰਾਨ ਹੋ ਗਏ ਮਹਾਰਾਜ ਜੀ ਦੇ ਅਦਭੁਤ ਬਚਨ ਸੁਣ ਕੇ। ਅਦਭੁਤ ਬਚਨਾਂ ਨੂੰ ਸੁਣ ਕੇ ਪੰਜੇ ਪਿਆਰੇ ਸਹਿਬਾਨ ਭਾਈ ਦਇਆ ਸਿੰਘ, ਧਰਮ ਸਿੰਘ ਹੋਣੀ ਬੜੇ ਹੈਰਾਨ ਹੋਏ। ਸਿੰਘਨ ਬਖਾਨੀ ਕਹਾ ਕਹੋ ਆਪ ਬੈਨ ਕੋ। ਪੰਜੇ ਪਿਆਰੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਲਗੀਧਰ ਜੀ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਇਹ ਕੀ ਬਚਨ ਕਰ ਰਹੇ ਹੋ? ਇਹ ਕੈਸੇ ਬਚਨ ਆਪ ਜੀ ਆਪਣੇ ਮੁਖੋਂ ਫਰਮਾ ਰਹੇ ਹੋ? ਜਾਤ ਕੇ ਕਮੀਨ ਦੀਨ ਰੰਕ ਹੈ ਅਧੀਨਹੀਨ। ਪੰਜਾਂ ਨੇ ਬੜੀ ਭਾਰੀ ਨਿਮਰਤਾ ਪ੍ਰਗਟ ਕਰਦਿਆਂ ਕਿਹਾ, ਮਹਾਰਾਜ ਅਸੀਂ ਕਮੀਨ ਜਾਤੀਆਂ ਵਾਲੇ, ਹੀਣ ਭਾਵਾਂ ਵਾਲੇ, ਮਹਾਰਾਜ ਆਪ ਜੀ ਸਰਬ ਸ੍ਰੇਸ਼ਟ ਤੇ ਸਰਵੋਤਮ ਸ਼੍ਰੋਮਣੀ ਗੁਰੂ, ਅਸੀਂ ਨੀਚ। ਖਾਲਸਾ ਜੀ ਇਹ ਵਿਧਾਨ ਪੈਦਾ ਕਰ ਰਹੇ ਨੇ ਕਲਗੀਧਰ ਜੀ। ਇਤਿਹਾਸ ਹਮੇਸ਼ਾ ਸਾਡੀ ਅਗਵਾਈ ਕਰਦਾ। ਜਦੋਂ ਕਿਤੇ ਢਿੱਲ ਮੱਠ ਹੋਵੇ ਤੇ ਆਪਣਾ ਇਤਿਹਾਸ ਸਾਨੂੰ ਵਾਚਣਾ ਚਾਹੀਦਾ। ਪੰਜ ਪਿਆਰੇ ਸਹਿਬਾਨ ਜਦੋਂ ਅੱਜ ਵੀ ਪੰਜਾਂ ਦੀ ਸੇਵਾ ਵਿੱਚ ਲੱਗਦੇ ਨੇ, ਉਹਨਾਂ ਅੰਦਰ ਇਹ ਬੇਨਿਮਰਤਾ ਭਾਵ ਹੋਣਾ ਚਾਹੀਦਾ। ਉਹ ਇਹ ਨਾ ਜਾਣਨ ਕਿ ਅਸੀਂ ਹੁਣ ਪੰਜਾਂ ਤੇ ਗੁਰੂ ਬਣ ਗਏ ਹਾਂ। ਉਹਨਾਂ ਨੂੰ ਗੁਰੂ ਰੂਪ ਉਹਨਾਂ ਨੇ ਵੇਖਣਾ ਜਿਹੜੇ ਉਹਨਾਂ ਦੇ ਸਨਮੁਖ ਬੈਠੇ ਨੇ। ਪੰਜਾਂ ਨੇ ਇਹ ਨਹੀਂ ਜਾਣਨਾ ਕਿ ਅਸੀਂ ਗੁਰੂ ਹਾਂ। ਇਹ ਵਿਧਾਨ ਹੋਣਾ ਚਾਹੀਦਾ, ਨਿਮਰਤਾ। ਕਲਗੀਧਰ ਜੀ ਨੂੰ ਤਾਂ ਹੁਣ ਪੰਜੇ ਗੁਰੂ ਰੂਪ ਦਿਸ ਰਹੇ ਨੇ, ਪਰ ਉਹਨਾਂ ਪੰਜਾਂ ਨੂੰ ਗੁਰੂ ਸਾਹਿਬ ਜੀ ਗੁਰੂ ਸਵਰੂਪ ਨਜ਼ਰ ਆ ਰਹੇ ਨੇ ਤੇ ਉਹਨਾਂ ਅੰਦਰ ਭਾਰੀ ਨਿਮਰਤਾ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਫਰਮਾ ਰਹੇ ਨੇ ਕਿ ਸਾਨੂੰ ਅੰਮ੍ਰਿਤ ਦਿਓ, ਪਹੁਲ ਦਿਓ। ਤੇ ਪੰਜੇ ਕਹਿਣ ਲੱਗੇ, ਮਹਾਰਾਜ ਇਹ ਕੈਸਾ ਅਚਰਜ ਬਚਨ ਹੈ। ਅਸੀਂ ਹੀਨ ਕਮੀਨ ਜਾਤਾਂ ਵਾਲੇ, ਨੀਚ ਬਿਰਤੀਆਂ ਵਾਲੇ ਲੋਕ ਹਾਂ, ਤੁਸੀਂ ਸਰਬ ਸ਼੍ਰੋਮਣੀ ਸਰਵੋਤਮ ਗੁਰੂ ਹੋ, ਅਸੀਂ ਤੁਹਾਨੂੰ ਅੰਮ੍ਰਿਤ ਕਿਵੇਂ ਦੇ ਸਕਦੇ ਹਾਂ? ਕਾਮ ਕ੍ਰੋਧ ਪੀਨ ਮਨ ਛੀਨ ਹੈ ਨ ਚੈਨ ਕੋ। ਮਹਾਰਾਜ ਕਾਮ ਕ੍ਰੋਧ ਆਦਿਕ ਵਿਕਾਰਾਂ ਵਿੱਚ ਅਸੀਂ ਪੀਨਾ, ਸਾਡੇ ਮਨਾਂ 'ਚ ਨਾ ਚੈਨ। ਇਹ ਹੈ ਨਿਮਰਤਾ। ਹਾਲਾਂਕਿ ਪੰਜਾਂ ਵਿੱਚ ਇਹ ਵਿਕਾਰ ਨਹੀਂ ਹਨ, ਪਰ ਫਿਰ ਵੀ ਨਿਮਰਤਾ ਸਹਿਤ ਸਤਿਗੁਰਾਂ ਅੱਗੇ ਬੇਨਤੀ ਕਰ ਰਹੇ ਨੇ, ਮਹਾਰਾਜ ਕਾਮ ਕ੍ਰੋਧ ਕਰਕੇ ਅਸੀਂ ਪੀਨ ਹਾਂ, ਵਿਕਾਰਾਂ ਕਰਕੇ ਸਾਡੇ ਹਿਰਦੇ ਗ੍ਰਸਤ ਹਨ, ਸਾਡਿਆਂ ਹਿਰਦਿਆਂ 'ਚ ਕੋਈ ਚੈਨ ਤੇ ਸ਼ਾਂਤੀ ਨਹੀਂ ਹੈ। ਵਿਸ਼ਈ ਮਲੀਨ ਜੀਵ ਸਭ ਤੇ ਸਦੀਵ ਨੀਵ। ਔਰ ਮਹਾਰਾਜ ਅਸੀਂ ਵਿਸ਼ਈ ਜੀਵ ਹਾਂ, ਸਭ ਤੋਂ ਮਲੀਨ ਹਾਂ, ਸਭ ਤੋਂ ਨੀਵੇਂ ਹਾਂ। ਜੰਤ ਸੋ ਗਰੀਬ ਹਮ ਪਲੋ ਗੁਣ ਹੈ ਨਾ ਕੋ। ਮਹਾਰਾਜ ਅਸੀਂ ਤਾਂ ਗਰੀਬ ਜੀਵ ਜੰਤ ਹਾਂ, ਸਾਡੇ 'ਚ ਕੋਈ ਭਲਾ ਗੁਣ ਨਹੀਂ ਹੈ। ਇਹ ਪੰਜੇ ਨਿਮਰਤਾ ਸਹਿਤ ਬੇਨਤੀ ਕਰ ਰਹੇ ਨੇ। ਤੇ ਪੰਜਾਂ ਵਿੱਚ ਅੱਜ ਵੀ ਜੇ ਪੰਜ ਲੱਗਦੇ ਨੇ ਤਾਂ ਉਹਨਾਂ ਪੰਜਾਂ 'ਚ ਬੇਨਿਮਰਤਾ ਹੋਣੀ ਚਾਹੀਦੀ ਹੈ। ਹਉਮੈ ਨਹੀਂ ਹੋਣੀ ਚਾਹੀਦੀ ਕਿ ਅਸੀਂ ਹੁਣ ਪੰਜਾਂ ਤੇ ਗੁਰੂ ਬਣ ਗਏ ਹਾਂ। ਉਹ ਸਿੱਖ ਜਿਹੜੀ ਸੰਗਤ ਉਹਨਾਂ ਪੰਜਾਂ ਕੋਲੋਂ ਪੌਲ ਲੈਣ ਆਈ ਹੈ, ਉਹਨਾਂ ਨੇ ਉਹਨਾਂ ਪੰਜਾਂ ਨੂੰ ਗੁਰੂ ਕਰਕੇ ਵੇਖਣਾ। ਇਹ ਗੱਲ ਮੈਂ ਦੁਬਾਰਾ ਦੁਹਰਾ ਰਿਹਾ। ਉਹਨਾਂ ਨੇ ਗੁਰੂ ਰੂਪ ਕਰਕੇ ਵੇਖਣਾ ਜੋ ਅੰਮ੍ਰਿਤ ਛਕਣ ਆਏ ਨੇ ਉਹਨਾਂ ਪੰਜਾਂ ਕੋਲ, ਪਰ ਉਹਨਾਂ ਪੰਜਾਂ ਨੇ ਆਪਣੇ ਆਪ ਨੂੰ ਗੁਰੂ ਕਰਕੇ ਨਹੀਂ ਵੇਖਣਾ ਕਿ ਅਸੀਂ ਗੁਰੂ ਹਾਂ। ਉਹਨਾਂ ਪੰਜਾਂ ਨੇ ਵੀ ਇਹੀ ਜਾਣਨਾ ਕਿ ਸਾਡੇ ਸਾਰਿਆਂ ਦੇ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸੇ ਕਰਕੇ 6 ਸਿੰਘ ਲੱਗਦੇ ਐ। ਇੱਕ ਤਾਬਿਆਂ ਤੇ ਬਹਿੰਦਾ ਸਿੰਘ, 5 ਅੰਮ੍ਰਿਤ ਸੰਚਾਰ ਤੇ ਲੱਗਦੇ ਐ। ਉਹ 6 ਲੱਗਣ ਦਾ ਮਤਲਬ ਵੀ ਇਹੀ ਹੈ
ਕਿ ਹਰ ਇੱਕ ਸਿੰਘ ਉਹਨਾਂ ਛਿਆਂ ਦੇ ਵਿੱਚੋਂ ਆਪਣੇ ਤੋਂ ਵੱਖਰੇ ਦੂਜੇ ਪੰਜਾਂ ਨੂੰ ਗੁਰੂ ਰੂਪ ਕਰਕੇ ਆਪ ਉਹਨਾਂ ਦਾ ਸੇਵਕ ਬਣ ਕੇ ਰਹੇ। ਛਿਆਂ ਦੇ ਅੰਦਰ ਇੱਕ ਦੂਜੇ ਪ੍ਰਤੀ ਇਹੀ ਭਾਵਨਾ ਹੋਣੀ ਚਾਹੀਦੀ ਹੈ ਕਿ ਆਪਣੇ ਆਪ ਨੂੰ ਛੇਵਾਂ ਵੱਖਰਾ ਰੱਖ ਕੇ ਉਹਨਾਂ ਨੂੰ ਪੰਜਾਂ ਨੂੰ ਕਲਗੀਧਰ ਦਾ ਰੂਪ ਕਰਕੇ ਪੇਖੇ। ਤੋ ਪੰਜਾਂ ਨੇ ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਅਸੀਂ ਵਿਸ਼ਈ ਜੀਵ ਹਾਂ, ਨੀਚ ਬਿਰਤੀ ਹੈ ਸਾਡੀ, ਅਸ਼ਾਂਤ ਹਾਂ, ਨੀਚ ਜੇ ਜੀਵ ਜੰਤ ਹਾਂ। ਮਹਾਰਾਜ ਇਹ ਆਪ ਜੀ ਸਾਡੇ ਕੋਲ ਕੀ ਕਹਿ ਰਹੇ ਹੋ? ਏਕ ਬਲ ਪਇਓ ਤੁਮ ਹਾਥ ਦਿਓ ਸੀਸ ਧਰ। ਹੋਰ ਤਾਂ ਸਾਡੇ 'ਚ ਕੋਈ ਗੁਣ ਨਹੀਂ, ਬਸ ਇੱਕ ਬਲ ਜ਼ਰੂਰ ਹੈ ਸਾਡੇ ਕੋਲ ਕਿ ਤੁਸੀਂ ਸਾਡੇ ਵਰਗੇ ਨੀਚਾਂ ਤੇ ਵਿਸ਼ਈਆਂ ਤੇ ਆਪਣਾ ਹੱਥ ਧਰ ਦਿੱਤਾ ਹੈ। ਇੰਨਾ ਕੁ ਬਲ ਜ਼ਰੂਰ ਹੈ, ਬਾਕੀ ਹੋਰ ਸਾਡੇ 'ਚ ਕੋਈ ਗੁਣ ਨਹੀਂ। ਬਸ ਇੰਨਾ ਕੁ ਬਲ ਜ਼ਰੂਰ ਹੈ ਕਿ ਤੁਸੀਂ ਸਾਡੇ ਤੇ ਆਪਣਾ ਮਿਹਰ ਭਰਿਆ ਹੱਥ ਧਰ ਦਿੱਤਾ ਹੈ। ਨਯੋ ਰੰਗ ਥਿਓ ਮਇਓ ਕੀਓ ਸੁਖ ਐਨ ਕੋ। ਮਹਾਰਾਜ ਨਵਾਂ ਹੀ ਰੰਗ ਬਖਸ਼ ਦਿੱਤਾ ਹੈ ਆਪ ਜੀ ਨੇ ਸਾਨੂੰ। ਮਹਾ ਅੰਮ੍ਰਿਤ ਆਪ ਜੀ ਨੇ ਸਾਨੂੰ ਬਖਸ਼ਿਆ। ਇਹ ਮਹਾਨ ਪਰਉਪਕਾਰ ਕਲਗੀਧਰ ਸਵਾਮੀ ਜੀ ਆਪ ਜੀ ਨੇ ਸਾਨੂੰ ਬਖਸ਼ ਕੇ ਕੀਤਾ ਹੈ। ਜੀਵਨ ਕੇ ਜੀਵ ਬਲ ਸੀਵੋ ਸਦੀਵ ਤੁਮ। ਮਹਾਰਾਜ ਸੰਸਾਰ ਦੇ ਸਮਸਤ ਜੀਵਾਂ ਦੇ ਜੀਵਨ ਤੁਸੀਂ ਹੋ। ਸਮਸਤ ਜੀਵਨ ਦੇ ਸੰਸਾਰ ਦੇ ਜਿੰਨੇ ਜੀਵ ਨੇ ਸਭ ਦਾ ਜੀਵਨ ਤੁਸੀਂ ਹੋ। ਬਲ ਦੀ ਸੀਵ ਕਹਿੰਦੇ ਨੇ ਹੱਦ ਨੂੰ। ਜੇ ਬਲ ਦੀ ਹੱਦ ਦੀ ਗੱਲ ਕਰੀਏ ਤੇ ਸਾਰੇ ਬਲ ਦੀ ਹੱਦ ਵੀ ਕਲਗੀਧਰ ਜੀ ਤੁਸੀਂ ਹੋ। ਤੀਨ ਲੋਕਨਾਥ ਸਭ ਸੁਰਾ ਸੁਰ ਬੰਦ ਤੇ। ਤਿੰਨਾਂ ਲੋਕਾਂ ਦੇ ਨਾਥ ਹੋ ਤੁਸੀਂ ਮਹਾਰਾਜ। ਸੁਰਾ ਸੁਰ ਸਭ ਆਪ ਜੀ ਦੇ ਚਰਨਾਂ ਵਿੱਚ ਬੰਦਨਾ ਕਰਦੇ ਹਨ। ਆਇਸ ਮੈਂ ਪੌਣ ਪਾਣੀ ਆਨ ਕੀ ਕਹਾਣੀ ਕਹਾ। ਆਪ ਜੀ ਦੇ ਹੁਕਮ 'ਚ ਪੌਣ ਪਾਣੀ ਸਭ ਵਰਤਦੇ ਨੇ। ਆਨ ਦੀ ਹੋਰ ਦੀ ਤਾਂ ਕਹਾਣੀ ਕੀ ਦੱਸੀਏ। ਇਹ ਪੌਣ ਪਾਣੀ ਜੀਵ ਜੰਤ ਸਭ ਤੁਹਾਡੇ ਹੁਕਮ ਦੇ ਵਿੱਚ ਵਰਤਦੇ ਹਨ। ਚਾਹੋ ਜਿਸੇ ਰਾਖੋ ਰਿਪ ਕ੍ਰੋਧ ਕੈ ਨਿਕੰਦ ਤੇ। ਮਹਾਰਾਜ ਜਿਸ ਨੂੰ ਚਾਹੋ ਰੱਖ ਲਓ। ਜੇ ਬੀਰਸ ਵਿੱਚ ਆ ਕੇ ਕਿਸੇ ਦਾ ਨਾਸ਼ ਕਰਨਾ ਚਾਹੋ ਤੇ ਦੁਸ਼ਮਣਾਂ ਤੇ ਦੋਖੀਆਂ ਨੂੰ ਇੱਕ ਪਲ ਵਿੱਚ ਛਿੰਨ 'ਚ ਮਾਰ ਦੇਣ ਵਾਲੇ ਹੋ। ਸ਼ਕਤ ਦੁਰਾਈ ਨਰ ਲੀਲਾ ਕੋ ਗੁਸਾਈ ਤਰੋ। ਮਹਾਰਾਜ ਆਪ ਜੀ ਨੇ ਆਪਣੀ ਕਲਾ ਨੂੰ ਆਪਣੀ ਸ਼ਕਤੀ ਨੂੰ ਆਪਣੇ ਅੰਦਰ ਦੁਰਾ ਰੱਖਿਆ। ਦੁਰਾ ਦਾ ਮਤਲਬ ਹੁੰਦਾ ਲੁਕਾ ਰੱਖਿਆ। ਔਰ ਮਾਨਵੀ ਲੀਲਾ ਦਾ ਠਾਠ ਆਪ ਜੀ ਰਚ ਰਹੇ ਹੋ। ਆਪਣੀ ਉਸ ਵਿਸ਼ਾਲ ਸ਼ਕਤੀ ਨੂੰ, ਭਾਰੀ ਸ਼ਕਤੀ ਨੂੰ ਆਪ ਜੀ ਨੇ ਆਪਣੇ ਅੰਦਰ ਹੀ ਲੁਕੋ ਰੱਖਿਆ ਹੈ। ਦਾਸ ਕੋ ਬੜਾਈ ਦੇਤ ਸਦਾਈ ਆਨੰਦ ਤੇ। ਆਪ ਜੀ ਦਾ ਇਹ ਬਿਰਦ ਹੈ ਮੁੱਢ ਕਦੀਮੀ ਕਿ ਆਪ ਜੀ ਹਮੇਸ਼ਾ ਆਪਣੇ ਦਾਸਾਂ ਨੂੰ ਵਡਿਆਈ ਬਖਸ਼ਦੇ ਹੋ। ਆਪਣੇ ਜਨਾਂ ਨੂੰ, ਆਪਣੇ ਸੇਵਕਾਂ ਨੂੰ ਵਡਿਆਈ ਬਖਸ਼ਦੇ ਹੋ। ਆਪ ਸਮਰੱਥ ਅਬ ਜੋਰ ਹਾਥ ਕੈਸੇ ਕਹੋ। ਮਹਾਰਾਜ ਤੁਸੀਂ ਸਮਰੱਥ ਹੋ, ਸਰਬ ਕਲਾ ਸਮਰੱਥ ਹੋ। ਸਾਡੇ ਵਰਗੇ ਜੀਵਾਂ ਨੂੰ ਤਾਂ ਅੰਮ੍ਰਿਤ ਦੀ ਲੋੜ ਹੈ, ਪਰ ਤੁਸੀਂ ਤਾਂ ਆਪ ਹੀ ਅੰਮ੍ਰਿਤ ਸਰੂਪ ਹੋ। ਮਹਾਰਾਜ ਸਰਬ ਕਲਾ ਸਮਰੱਥ ਹੋ ਕੇ ਆਪ ਜੀ ਕਿਵੇਂ ਅੰਮ੍ਰਿਤ ਦੀ ਦਾਤ ਮੰਗ ਰਹੇ ਹੋ? ਮਹਾਰਾਜ ਇਹ ਗੱਲ ਸਾਡੀ ਸਮਝ ਵਿੱਚ ਨਹੀਂ ਪੈਂਦੀ। ਅੰਮ੍ਰਿਤ ਕੋ ਦੇਹੋ ਕਿਮ ਕਮੀ ਹੋਏ ਬਿਲੰਦ ਤੇ। ਮਹਾਰਾਜ ਅੰਮ੍ਰਿਤ ਤਾਂ ਤੁਹਾਨੂੰ ਤਾਂ ਦੇਈਏ ਜੇ ਤੁਹਾਡੇ 'ਚ ਕਮੀ ਹੋਵੇ। ਸਾਡੇ 'ਚ ਕਮੀ ਆ, ਸਾਨੂੰ ਲੋੜ ਅੰਮ੍ਰਿਤ ਦੀ। ਤੁਹਾਡੇ 'ਚ ਕੋਈ ਕਮੀ ਹੋਵੇ ਤੇ ਤਾਂ ਤੁਹਾਨੂੰ ਅੰਮ੍ਰਿਤ ਦੀ ਜ਼ਰੂਰਤ ਹੋਵੇ ਨਾ। ਤੁਹਾਡੇ 'ਚ ਤਾਂ ਸਾਹਿਬ ਜੀ ਕੋਈ ਕਮੀ ਹੈ ਹੀ ਨਹੀਂ। ਸਗੋਂ ਜਿਨ੍ਹਾਂ ਤੇ ਦ੍ਰਿਸ਼ਟੀ ਕਰਦੇ ਉਹਨਾਂ ਦੇ ਅੰਦਰ ਵੀ ਕੋਈ ਕਮੀ ਨਹੀਂ ਰਹਿਣ ਦਿੰਦੇ। ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਤੇ ਮਹਾਰਾਜ ਤੁਹਾਨੂੰ ਕਿਸ ਕਮੀ, ਤੁਹਾਡੇ ਅੰਦਰ ਕਿਸ ਪ੍ਰਕਾਰ ਦੀ ਕੋਈ ਕਮੀ ਹੈ? ਸੱਦ ਲੋ ਆਵਾਜ਼ ਵਾਲੇ। ਹਾਂਜੀ ਹਾਂਜੀ। ਬੋਲੇ ਗੁਰ ਪੂਰਨ ਪੁਰਖ ਕਰ ਤਾਰ ਪ੍ਰਭ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਪੰਜਾਂ ਦੇ ਬਚਨ ਸੁਣ ਕੇ।
ਪੂਰਨ ਕਰਤਾਰ ਸਤਿਗੁਰੂ ਕਲਗੀਧਰ ਜੀ ਬੋਲੇ, ਕਹਿਣ ਲੱਗੇ, ਦੇਹ ਮੈਂ ਅਨੇਕ ਬਿਦ ਬਿਸ਼ਨ ਮਹੇਸ਼ ਹੈ। ਕਹਿਣ ਲੱਗੇ ਪਰਮੇਸ਼ਰ ਦੇ ਕਰਤਾਰ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਵਿਸ਼ਨੂੰ ਤੇ ਮਹੇਸ਼ ਨੇ। ਕਾਲ ਪੁਰਖ ਕੀ ਦੇਹ ਬਹੁ ਕੋਟਕ ਬਿਸ਼ਨ ਮਹੇਸ਼। ਪਰਮਾਤਮਾ ਦੀ ਜਿਹੜੀ ਦੇਹ ਹੈ ਨਾ ਅਕਾਲ ਪੁਰਖ ਦੀ, ਉਹਦੇ ਇੱਕ ਇੱਕ ਰੋਮ ਚ ਕਰੋੜਾਂ ਵਿਸ਼ਨੂੰ, ਕਰੋੜਾਂ ਹੀ ਸ਼ਿਵ, ਕਰੋੜਾਂ ਹੀ ਬ੍ਰਹਮਾ, ਕਰੋੜਾਂ ਹੀ ਇੰਦਰ, ਕਰੋੜਾਂ ਹੀ ਸੂਰਜ, ਕਰੋੜਾਂ ਹੀ ਚੰਦਰਮਾ ਨੇ ਉਹਦੇ ਇੱਕ ਰੋਮ ਚ। ਹਾਂਜੀ, ज्योति रूप एकंकार सब के आधार नित। ਉਹ ਜੋ ਜੋਤੀ ਸਰੂਪ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸੰਸਾਰ ਦੇ ਸਮਸਤ ਜੀਵਾਂ ਦਾ ਆਧਾਰ ਹੈ। ਜਿਤਨੇ ਸੰਸਾਰ ਦੇ ਜੀ ਨੇ ਸਭ ਦਾ ਆਧਾਰ, ਸਭ ਦਾ ਆਸਰਾ ਉਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਹੈ। आप निरातार जाको जानत अशेष है। ਉਹ ਆਪ ਤਾਂ ਸਾਰਿਆਂ ਦਾ ਆਧਾਰ ਹੈ, ਪਰ ਉਹਦਾ ਕੋਈ ਆਧਾਰ ਨਹੀਂ, ਉਹ ਆਪ ਖੁਦ ਨਿਰਾਧਾਰ ਹੈ। ਆਪ ਨਿਰਾਧਾਰ। ਹਾਂਜੀ, ਦੁਬਾਰਾ ਪੜੋ ਜੀ। आप निराधार जाको जानत अशेष है। ਉਹ ਆਪ ਨਿਰਾਧਾਰ ਹੈ, ਜਿਸ ਨੂੰ ਅਸ਼ੇਸ਼ ਕਰਕੇ ਇਹੀ ਜਾਣਿਆ ਜਾਂਦਾ ਔਰ ਸਿੱਖ ਜਾਣਦੇ ਹਨ। ਭਗਤ ਅਧੀਨ ਕਾਲ ਛੀਨ ਮਹੀਆਨ ਮਹਾ। ਏਡਾ ਵੱਡਾ ਪ੍ਰਮਾਤਮਾ ਭਗਤਾਂ ਦੇ ਅਧੀਨ ਹੋ ਕੇ ਰਹਿੰਦਾ, ਏਡਾ ਸਮਰੱਥ ਦੇਵ। ਉਹ ਜਿਹੜੇ ਉਹਦੀ ਭਗਤੀ ਕਰਨ ਵਾਲੇ ਭਗਤ ਨੇ, ਉਹਨਾਂ ਦੇ ਅਧੀਨ ਹੋ ਕੇ ਰਹਿੰਦਾ ਹੈ, ਉਹਨਾਂ ਦੇ ਅਧੀਨ ਹੋ ਕੇ ਚੱਲਦਾ ਹੈ। ਤਾਂ ਕੋ ਸੁਤ ਜਾਨੋ ਮੋਹੇ ਸਭ ਤੇ ਵਿਸ਼ੇਸ਼ ਹੈ। ਔਰ ਜਿਹੜਾ ਸਭ ਦਾ ਕਾਲ ਹੈ, ਕਹਿੰਦੇ ਉਸ ਮਹਾਕਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੈਂ ਪੁੱਤਰ ਹਾਂ। ਜਿਹੜਾ ਅਕਾਲ ਪੁਰਖ ਸਰਬ ਕਲਾ ਸਮਰੱਥ ਸੰਸਾਰੇ ਸੰਸਾਰ ਦੇ ਜੀਵਾਂ ਦਾ ਆਧਾਰ ਹੈ, ਆਸਰਾ ਹੈ, ਜਿਸ ਦੇ ਇੱਕ ਇੱਕ ਰੋਮ ਚ ਕਰੋੜਾਂ ਬ੍ਰਹਮੰਡ ਵਸਦੇ ਨੇ, ਕਰੋੜਾਂ ਬ੍ਰਹਮੇ ਵਿਸ਼ਨੂੰ ਮਹੇਸ਼ ਵਸਦੇ ਨੇ, ਉਹ ਵੀ ਭਗਤਾਂ ਦੇ ਅਧੀਨ ਰਹਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਮੈਂ ਉਸੇ ਦਾ ਹੀ ਪੁੱਤਰ ਹਾਂ, ਉਸੇ ਨੇ ਮੈਨੂੰ ਪੁੱਤਰ ਬਣਾ ਕੇ ਸੰਸਾਰ ਚ ਭੇਜਿਆ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਮੈਂ ਵੀ ਉਸੇ ਅਕਾਲ ਪੁਰਖ ਜੋ ਸਾਰੇ ਜਗਤ ਦਾ ਕਾਲ ਰੂਪ ਹੈ, ਉਸੇ ਦਾ ਸੁਤ ਪੁੱਤਰ ਹਾਂ। ਸਿੱਖਨ ਅਧੀਨ ਤਿੰਨ ਮੋਕੋ ਚੀਨ ਲਿਓ ਚਿਤ। ਪਰਮੇਸ਼ਰ ਆਪਣੇ ਭਗਤਾਂ ਦੇ ਅਧੀਨ ਹੈ, ਮੈਂ ਉਸ ਦਾ ਪੁੱਤਰ ਹਾਂ ਤੇ ਮੈਂ ਆਪਣੇ ਸਿੱਖਾਂ ਦੇ ਅਧੀਨ ਹਾਂ। ਕਲਗੀਧਰ ਜੀ ਕਹਿੰਦੇ, ਮੈਂ ਆਪਣੇ ਸਿੱਖਾਂ ਦੇ ਅਧੀਨ ਹਾਂ, ਆਪਣੇ ਸੇਵਕਾਂ ਦੇ ਅਧੀਨ ਹਾਂ। ਪੰਥ ਕੇ ਰਚਨ ਕੋ ਹੁਕਮ ਜਗਤੇਸ਼ ਹੈ। ਇਸ ਖਾਲਸੇ ਪੰਥ ਦੀ ਰਚਨਾ ਕਰਨ ਦਾ ਹੁਕਮ ਮੈਨੂੰ ਜਗਤੀਸ਼ਵਰ ਵਾਹਿਗੁਰੂ ਪਰਮੇਸ਼ਰ ਦਾ ਹੈ। ਅਕਾਲ ਪੁਰਖ ਨੇ ਹੁਕਮ ਕਰਕੇ ਮੈਨੂੰ ਇਸ ਪੰਥ ਦੀ ਸਾਜਨਾ ਲਈ ਮਾਤ ਲੋਕ ਵਿੱਚ ਭੇਜਿਆ ਹੈ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈਂ ਅਬ। ਮੈਂ ਹੁਣ ਸ਼ੁਰੂ ਕਰ ਦਿੱਤਾ ਹੈ, ਗੁਰੂ ਖਾਲਸਾ ਹੈ, ਖਾਲਸਾ ਗੁਰੂ ਹੈ। ਖਾਲਸਾ ਗੁਰੂ ਹੈ ਔਰ ਗੁਰੂ ਖਾਲਸਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰਾ ਸਰੂਪ ਹੈ। ਖਾਲਸਾ ਗੁਰੂ ਹੈ ਔਰ ਗੁਰੂ ਖਾਲਸਾ ਹੈ। ਇਹ ਵਿਦ ਮੈਂ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਜਿਵੇਂ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੇ ਔਰ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਜੀ ਨੇ ਵੀ ਕਰਤਾਰਪੁਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਆਪਣੇ ਸਦ੍ਰਿਸ਼ ਕੀਤਾ। ਜਿਵੇਂ ਉਹਨਾਂ ਨੇ ਕੀਤਾ, ਕਹਿੰਦੇ ਤੈਸੇ ਅੱਜ ਅਸੀਂ ਕੀਤਾ ਹੈ। ਅਸੀਂ ਪੰਜਾਂ ਵਿੱਚ ਆਪਣਾ ਸਰੂਪ ਵਰਤਾ ਦਿੱਤਾ, ਪੰਥ ਵਿੱਚ ਖਾਲਸੇ ਵਿੱਚ ਆਪਣਾ ਸਰੂਪ ਵਰਤਾ ਦਿੱਤਾ ਹੈ। ਸ਼ੰਕ ਨਾ ਕਰੀ ਜੇ ਸਾਵਧਾਨ ਹੋਏ ਦੀਜੇ ਅਬ। ਤੁਸੀਂ ਹੁਣ ਆਪਣੇ ਮਨ 'ਚ ਕੋਈ ਸ਼ੰਕਾ ਨਾ ਕਰੋ, ਸਾਵਧਾਨ ਹੋ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਦਿਓ, ਖੰਡੇ ਦੀ ਪੌਲ ਦਿਓ। ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨਿਓ। ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ ਹੈ, ਤੈਸੇ ਉਸੇ ਵਿਧੀ ਨਾਲ
ਸਾਨੂੰ ਵੀ ਅੰਮ੍ਰਿਤ ਛਕਾਓ। ਕਾਲਹੁ ਕੋ ਕਾਲ ਅਸ ਕੇਤ ਹੈ ਅਕਾਲ ਪ੍ਰਭ। ਕਾਲ ਦਾ ਵੀ ਕਾਲ, ਅਸੀਂ ਕੇਤ ਮਹਾਕਾਲ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਦੀਰਘ ਕਿਰਪਾਲਿਓ ਹੁਕਮ ਮੈਂ ਦੀਨਿਓ। ਉਹ ਜੋ ਦੀਰਘ ਕਿਰਪਾਲੂ ਵਾਹਿਗੁਰੂ ਪਰਮੇਸ਼ਰ ਹੈ, ਉਸੇ ਨੇ ਸਾਨੂੰ ਹੁਕਮ ਕੀਤਾ, ਉਸੇ ਨੇ ਸਾਨੂੰ ਹੁਕਮ ਕਰਕੇ ਇਸ ਮਾਤ ਲੋਕ ਦੀ ਧਰਤੀ ਤੇ ਭੇਜਿਆ ਹੈ। ਥਾਪਨ ਧਰਮ ਕੋ ਉਥਾਪਨ ਪਰਮ ਕੋ। ਧਰਮ ਦੀ ਸਥਾਪਨਾ ਕਰਨ ਲਈ ਔਰ ਅਧਰਮੀਆਂ ਦਾ ਨਾਸ਼ ਕਰਨ ਲਈ। ਧਰਮ ਸਥਾਪਨ ਲਈ, ਦੁਸ਼ਟਾਂ ਨੂੰ ਉਖਾੜਨ ਲਈ, ਦੁਸ਼ਟਾਂ ਨੂੰ ਦੰਡ ਦੇਣ ਲਈ। ਤੋ ਕਰ ਮਨ ਕੋ ਖਾਪਨ ਸਿਮਰ ਨਾਮ ਚੀਨਿਓ। ਔਰ ਕੁਕਰਮਾਂ ਦਾ ਨਾਸ਼ ਕਰਨ ਵਾਸਤੇ ਆਪਣੇ ਸਿੱਖਾਂ ਦੇ ਕੋਲੋਂ ਪਰਮੇਸ਼ਰ ਦਾ ਸਿਮਰਨ ਕਰਾਉਣ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਆਏ ਹਾਂ। ਸੁਆਮੀ ਕੋ ਹੁਕਮ ਨਹੀਂ ਮੇਟ ਬੋ ਪ੍ਰਤਗਿਆ ਜਾਨ। ਸਾਡੇ ਸੁਆਮੀ ਦਾ ਜੋ ਹੁਕਮ ਹੈ ਅਕਾਲ ਪੁਰਖ ਦਾ, ਅਸੀਂ ਉਹਨੂੰ ਨਹੀਂ ਮੇਟ ਸਕਦੇ। ਸਾਡੀ ਪ੍ਰਤੱਗਿਆ ਹੈ, ਸਾਡਾ ਪ੍ਰਣ ਹੈ ਕਿ ਜੋ ਮੇਰੇ ਸੁਆਮੀ ਦਾ ਹੁਕਮ ਹੈ, ਅਕਾਲ ਪੁਰਖ ਦਾ ਹੁਕਮ ਹੈ। ਬਚਿੱਤਰ ਨਾਟਕ ਵਿੱਚ 10ਵੇਂ ਪਾਤਸ਼ਾਹ ਜੀ ਨੇ ਉਹ ਸਾਰਾ ਵਰਤਾਰਾ ਦੱਸਿਆ। ਜੋ ਮੇਰੇ ਸੁਆਮੀ ਦਾ ਹੁਕਮ ਹੈ ਅਕਾਲ ਪੁਰਖ ਦਾ, ਉਹ ਅਸੀਂ ਨਹੀਂ ਮੇਟਣਾ। ਮਾਨ ਗੁਰੂ ਬਾਕਹੁ ਕੋ ਅੰਮ੍ਰਿਤ ਸੋਲੀਨਿਓ। ਕਹਿੰਦੇ ਜਿਸ ਪ੍ਰਕਾਰ ਨਾਲ ਤੁਸੀਂ ਅੰਮ੍ਰਿਤ ਛਕਿਆ ਤੈਸੇ ਸਾਨੂੰ ਦਿਓ। ਹੁਣ ਪੰਜਾਂ ਨੇ ਗੁਰੂ ਪਾਤਸ਼ਾਹ ਦਾ ਹੁਕਮ ਮੰਨਿਆ, ਜਿਵੇਂ ਕਲਗੀਧਰ ਜੀ ਨੇ ਹੁਕਮ ਕੀਤਾ, ਪੰਜਾਂ ਨੇ ਮੰਨਿਆ। ਤਾਂ ਉਸ ਵਕਤ ਪੰਜਾਂ ਨੇ ਫਿਰ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਉੱਠ ਪੰਚੋ ਸਿੰਘ ਵਾਹਿਗੁਰੂ ਜੀ ਕੀ ਫਤਿਹ ਬੋਲ। ਪੰਜਾਂ ਨੇ ਉੱਠ ਕੇ, ਕਲਗੀਧਰ ਜੀ ਵੀਰ ਆਸਣ ਤੇ ਬੈਠੇ ਨੇ, ਔਰ ਪੰਜਾਂ ਨੇ ਉਸ ਵਕਤ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਹਿਲਾਂ 5 ਚੂਲੇ ਜਿਹੜੇ ਨੇ ਅੰਮ੍ਰਿਤ ਦੇ ਛਕਾਏ ਔਰ ਆਖਿਆ, ਕਲਗੀਧਰ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੰਮ੍ਰਿਤ ਛਕਦੇ ਐ, ਗੁਰਦੇਵ ਜੀ ਪੰਜਾਂ ਦੀ ਫਤਿਹ ਦਾ ਜਵਾਬ ਦਿੰਦੇ ਐ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਨਾ ਮਾਣ ਆਪਣੇ ਪੰਥ ਨੂੰ ਕਲਗੀਧਰ ਪਾਤਸ਼ਾਹ ਨੇ ਦਿੱਤਾ। ਦੁਨੀਆ ਦੇ ਕਿਸੇ ਰਹਿਬਰ ਨੇ, ਦੁਨੀਆ ਦੇ ਕਿਸੇ ਅਵਤਾਰੀ ਪੈਗੰਬਰ ਨੇ ਆਪਣੇ ਅਨਿਆਈਆਂ ਨੂੰ ਇਤਨਾ ਮਾਣ ਨਹੀਂ ਦਿੱਤਾ ਜਿਤਨਾ ਮਾਣ, ਜਿਤਨਾ ਸਤਿਕਾਰ ਕਲਗੀਧਰ ਜੀ ਨੇ ਆਪਣੇ ਸਿੱਖਾਂ ਨੂੰ, ਆਪਣੇ ਪੰਥ ਨੂੰ ਦਿੱਤਾ ਹੈ। ਇਸ ਪ੍ਰਕਾਰ ਨਾਲ ਫਤਿਹ ਬੁਲਾਈ ਹੈ। ਆਗੇ ਖਰੇ ਗੁਰੂ ਤਬ ਪਾਹੁਲ ਕੋ ਦੀਨਿਓ। ਸਤਿਗੁਰੂ ਜੀ ਸਨਮੁਖ ਵੀਰ ਆਸਣ ਤੇ ਨੇ, ਪੰਜੇ ਸਤਿਗੁਰੂ ਜੀ ਨੂੰ ਪਾਹੁਲ ਦੇ ਰਹੇ ਨੇ। ਪਟਨਾ ਜਨਮ ਵਾਸੀ ਨਾਮ ਸ਼੍ਰੀ ਗੋਬਿੰਦ ਸਿੰਘ। ਉਹਨਾਂ ਪੰਜਾਂ ਨੂੰ ਪੁੱਛਿਆ ਸੀ ਕੀ ਨਾਂ ਆ ਤੁਹਾਡਾ, ਕਿੱਥੋਂ ਦੇ ਵਾਸੀ ਹੋ? ਕਲਗੀਧਰ ਜੀ ਨੂੰ ਵੀ ਪੁੱਛਿਆ। ਕਲਗੀਧਰ ਜੀ ਨੇ ਦੱਸਿਆ ਪਟਨਾ ਉੱਥੋਂ ਦਾ ਜਨਮ ਹੈ, ਪਟਨੇ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਪਟਨਾ ਸਾਹਿਬ ਦਾ ਵਾਸੀ ਹਾਂ, ਨਾਮ ਗੋਬਿੰਦ ਰਾਏ ਹੈ। ਹਾਂਜੀ। ਬੂਝੇ ਤੇ ਬਖਾਨਿਓ ਪ੍ਰਭ ਸਿੱਖਿਆ ਮੈਂ ਪ੍ਰਬੀਨਿਓ। ਔਰ ਜਿਵੇਂ ਪੁੱਛਿਆ ਤਿਵੇਂ ਦੱਸਿਆ। ਤੇ ਅੱਗੋਂ ਪੰਜਾਂ ਨੇ ਆਖਿਆ ਅੱਜ ਤੋਂ ਬਾਅਦ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹੋ ਔਰ ਤੁਹਾਡਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਇਨ ਬਿਨ ਉਹੀ ਵਿਧੀ ਹੈ ਜਿਸ ਵਿਧੀ ਨਾਲ ਕਲਗੀਧਰ ਜੀ ਨੇ ਪੰਜਾਂ ਨੂੰ ਪਹੁਲ ਦਿੱਤੀ ਹੈ। ਪੰਜੇ ਉਸੇ ਵਿਧੀ ਨਾਲ ਕਲਗੀਧਰ ਜੀ ਨੂੰ ਪਾਹੁਲ ਬਖਸ਼ਿਸ਼ ਕਰ ਰਹੇ ਨੇ। ਰਹਿਤ ਬਤਾਈ ਜੈਸੇ ਆਪ ਪੂਰਾ ਗਾਈ ਗੁਰੂ। ਜਿਵੇਂ ਸਤਿਗੁਰਾਂ ਰਹਿਤ ਦੱਸੀ ਨਾ ਪੰਜਾਂ ਨੂੰ, ਪੰਜਾਂ ਨੇ ਹੁਣ ਸਤਿਗੁਰੂ ਜੀ ਨੂੰ ਉਸੇ ਤਰ੍ਹਾਂ ਰਹਿਤ ਦੱਸੀ ਹੈ। ਹਾਂਜੀ। ਰੀਤਿਓ ਚਲਾਈ ਬਿਦਤਾਈ ਸਭ ਚੀਨਿਓ। ਸਤਿਗੁਰੂ ਜੀ ਨੇ ਰੀਤ ਚਲਾ ਦਿੱਤੀ। ਇਹ ਮਰਿਆਦਾ ਪੰਥ ਦੇ ਵਿੱਚ ਮਹਾਰਾਜ ਕਲਗੀਧਰ ਜੀ ਨੇ ਆਉਣ ਵਾਲੇ ਸਮੇਂ ਵਾਸਤੇ, ਸदैवी ਕਾਲ ਵਾਸਤੇ ਚਲਾ ਦਿੱਤੀ, ਟੋਰ ਦਿੱਤੀ।
ਪੰਚਨ ਕੋ ਮੇਲ ਪੇਲ ਦੇਓ ਸਤ ਨਾਮ ਲਿਓ। ਹੁਕਮ ਹੋਇਆ ਕਿ ਪੰਜਾਂ ਦਾ ਮੇਲ ਨਹੀਂ ਕਰਨਾ, ਜਿਨ੍ਹਾਂ ਦਾ ਜ਼ਿਕਰ ਕੱਲ ਦੀ ਕਥਾ ਵਿੱਚ ਆ ਚੁੱਕਾ ਹੈ। ਰਾਮ ਰਾਈਏ ਧੀਰ ਮੱਲੀਏ, ਕੁੜੀ ਮਾਰ ਸਿਰ ਗੁਮਾਦ, ਕਿਨਾਂ ਦਾ ਸੰਗ ਨਹੀਂ ਕਰਨਾ। ਰੱਛਾ ਕੋ ਕਰਿਓ ਸਿੱਖ ਸੰਤ ਸਮੁਦਾਇ ਕੋ। ਔਰ ਸਿੱਖਾਂ ਤੇ ਮਹਾਪੁਰਸ਼ਾਂ ਸਾਧੂਆਂ ਦੀ ਰੱਖਿਆ ਕਰਨੀ ਹੈ, ਇਸ ਤਰ੍ਹਾਂ ਦਾ ਭਾਵ ਰੱਖਣਾ। ਖਾਲਸੇ ਕੇ ਅੰਗ ਸੰਗ ਜੰਗ ਕੋ ਤਰੋ ਨਿਸ਼ੰਗ। ਔਰ ਇਹ ਵੀ ਕਿਹਾ ਪੰਜਾਂ ਨੇ, ਕਲਗੀਧਰ ਜੀ ਆਪਣੇ ਖਾਲਸੇ ਦੇ ਅੰਗ ਸੰਗ ਰਹਿਣਾ ਹਮੇਸ਼ਾ ਆਪ ਜੀ ਨੇ। ਔਰ ਜੰਗ ਦੇ ਮੈਦਾਨ ਵਿੱਚ ਜਦੋਂ ਜੰਗ ਲੜੇ ਜਾਣੇ ਨੇ ਤੁਹਾਡੇ ਖਾਲਸੇ ਵੱਲੋਂ, ਉਹਨਾਂ ਵਿੱਚ ਤੁਸੀਂ ਵਰਤਣਾ ਹੈ। ਭੰਗ ਤੋਰ ਕਾਨ ਤਬ ਹੂਜੀਏ ਸਹਾਇ ਕੋ। ਜਦੋਂ ਆਪ ਜੀ ਦਾ ਖਾਲਸਾ ਤੁਰਕਾਂ ਦਾ ਮਲੇਛਾਂ ਦਾ ਨਾਸ਼ ਕਰੇਗਾ, ਉਦੋਂ ਆਪ ਜੀ ਆਪਣੇ ਖਾਲਸੇ ਦੇ ਮਦਦਗਾਰ ਹੋਣਾ। ਆਪ ਜੀ ਨੇ ਆਪਣੇ ਖਾਲਸੇ ਦੀ ਸਹਾਇਤਾ ਕਰਨੀ। ਸਦਾ ਸਕੇਤ ਕੋ ਵਿਸਾਲ ਤਰੋ ਹੇਤ ਕੋ। ਔਰ ਸਦਾ ਸਕੇਤ ਸਰੂਪ ਹੋ ਕਰਕੇ ਵਿਸ਼ਾਲ ਹੇਤ ਧਰਨਾ ਖਾਲਸੇ ਨਾਲ। ਅਭਿਆਸ ਨਿਤ ਆਯੁਧ ਸਮੂਹ ਰਿਪਕਾਏ ਕੋ। ਜਿਵੇਂ ਸਤਿਗੁਰਾਂ ਕਿਹਾ ਸੀ ਨਾ ਪੰਜਾਂ ਨੂੰ, ਉਹ ਵੀ ਕਹਿ ਰਹੇ ਸ਼ਸਤਰਾਂ ਦਾ ਨਿਤ ਅਭਿਆਸ ਕਰਨਾ ਹੈ ਔਰ ਦੁਸ਼ਮਣਾਂ ਦਾ ਨਾਸ਼ ਕਰਨਾ ਹੈ। ਸਾਰੇ ਜਗ ਨਾਇਕ ਕੋ ਰਹਿਤ ਬਤਾਏ ਕਰ। ਇਹ ਤਾਂ ਪੰਜਾਂ ਨੇ ਜੋ ਸਾਰੇ ਜਗਤ ਦੇ ਨਾਇਕ ਨੇ, ਅਕਾਲ ਪੁਰਖ ਪਰਮੇਸ਼ਰ ਦਾ ਮਾਲਕ ਦਾ ਰੂਪ ਹਨ। ਉਹਨਾਂ ਨੂੰ ਪੰਜਾਂ ਨੇ ਰਹਿਤ ਦੱਸੀ ਹੈ। ਫਤਿਹ ਕੋ ਬੁਲਾਏ ਕਰ ਆਨੰਦ ਉਪਾਏ ਕੋ। ਔਰ ਪੰਜਾਂ ਦੇ ਸਨਮੁਖ ਕਲਗੀਧਰ ਜੀ ਨੇ ਫਤਿਹ ਬੁਲਾਈ ਹੈ ਔਰ ਭਾਰੀ ਆਨੰਦ ਦੋਹਾਂ ਪਾਸੇ ਵਰਤਿਆ ਹੈ। ਗੁਰੂ ਤੇਜ ਰਾਸ ਅਰਦਾਸ ਕੋ ਕਰਾਏ ਕਰ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਭਾਰੀ ਤੇਜ ਅਰਦਾਸ ਕਰਵਾਈ। ਸੀਸ ਕੋ ਨਿਵਾਏ ਆਏ ਬੈਠੇ ਪਰੇ ਅੰਕ ਪਰ। ਪੰਜਾਂ ਅੱਗੇ ਸੀਸ ਨਵਾ ਕੇ ਅਰਦਾਸ ਕਰਵਾ ਕੇ 100 ਰੁਪਈਆ ਭੇਟ ਕਰਕੇ ਮਹਾਰਾਜ ਜੀ ਤਖਤ ਦੇ ਉੱਤੇ ਆਣ ਕੇ ਬੈਠ ਗਏ।